इतिहास पटियाले तो भी कई सदियां पुराना है। राजा विक्रमादित्य के राज समय सनौर का पहला पुराना नाम सोनापत नगरी सी, क्योंकि इत्थे उपरले सराफा बाजार विच पहला सोना चांदी जो 5 पिंड लैंड बदले समझौते की गल चलाई सी, उन्हां विचों एक पिंड ये सोनापत नगरी भी सी। अपने बुजुर्ग माता पिता समेत अगली मंजिल ते जांदे होए मौजूद गुग्गा माड़ी मंदिर सनौर विखे कुछ समय लई रुके सी। तियां भरन करके इस चौक का नाम तियां वाला चौक पै गया सी, जो हुण भी है। सनौर दियां कुछ पुरानियां फोटोआं बहुत मुश्किल नाल प्राप्त कीतियां गईयां। जो तुसी वेख रहे हो बहुत ही पुरानी असल फोटो ब्लैक एंड वाइट विच रंग भरे हुए हैं। यह फोटो श्री गुरु नानक देव जी के गुरपुरब मनाउण मौके अज तो 100 साल के करीब पहला खिंची गई सी। हुशियार अते तेज दिमाग के होण करके 100 लाहौरी एक सनौरी कहावत तंबुआं, खोखरा, बलोचां, काजियां, कसाबियां ते गली दर्जियां वाली 1881 समय 1928 ਅਤੇ 1901 ਸਮੇਂ 8580 ਅਤੇ 1947 ਸਮੇਂ ਨਗਰ ਕੀਰਤਨ ਦੇ ਵਿੱਚ 10,000 ਸਿੰਘ ਮਹਾਰਾਜ ਜੀ ਦਾ ਘੋੜਾ ਬਣ ਕੇ ਪ੍ਰਭਾਤ ਫੇਰੀ ਵਾਂਗ ਨਗਰ ਕੀਰਤਨ ਨਿਕਲਦਾ ਹੁੰਦਾ ਸੀ। ਫਿਰ ਇਸ ਦੀ ਸ਼ੋਭਾ ਵਧਾਉਣ ਲਈ ਮਹਾਰਾਜ ਜੀ ਨੂੰ ਕਈ ਵਾਰ ਬੱਗੀ, ਫਿਰ ਹਾਥੀ ਤੇ 1947 ਸਮੇਂ ਤੱਕ ਸਵਾਰੀ ਕਰਵਾਈ ਜਾਂਦੀ ਰਹੀ। सनौरी सौ लाहौरी, एक सनौरी सौ लाहौरी, हाँ एक सनौरी सौ लाहौरी ओ लोकी सानू कहंदे ने। एक सनौरी सौ लाहौरी ओ लोकी सानू कहंदे ने। मैं तुहाडा अपना लेखक जीवी सिंह पंमी पुत्र सरदार दर्शन सिंह पटवारी बस स्टैंड सनौर अपने परिवार ते अपने कनेडा रहिंदे 2 लड़कियां ਅਤੇ ਕੁਝ ਦੋਸਤਾਂ ਦੇ ਸਹਿਯੋਗ, ਪ੍ਰੇਰਨਾ, ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਪਰਮਾਤਮਾ ਦੀ ਕਿਰਪਾ ਨਾਲ ਸਨੌਰ ਦੇ ਪੁਰਾਣੇ ਇਤਿਹਾਸ ਦੀ ਜਾਣਕਾਰੀ ਨਾਲ ਸੰਬੰਧਿਤ ਇਹ ਡਾਕੂਮੈਂਟਰੀ ਫਿਲਮ ਸਨੌਰ ਦੀ ਇੱਕ ਚੰਗੀ ਛਵੀ ਅਮੇਜ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਅਤੇ ਅੱਜ ਦੀ ਨਵੀਂ ਪੀੜ੍ਹੀ ਆਪਣੇ ਪਿੰਡ ਦੇ ਪੁਰਾਣੇ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰ ਲਵੇ ਕਾਰਨ ਹੀ ਬਣਾਈ ਗਈ ਹੈ। ਪੁਰਾਣਾ ਇਤਿਹਾਸ ਇਕੱਠਾ ਕਰਨ ਦਾ ਇਹ ਇੱਕ ਬਹੁਤ ਹੀ ਲੰਬਾ ਪ੍ਰੋਜੈਕਟ ਸੀ, ਜਿਸ ਨੂੰ ਮੁਕੰਮਲ ਕਰਨ ਲਈ 1947 'ਚ ਹਿਜਰਤ ਦੌਰਾਨ ਸਨੌਰ ਤੋਂ ਪਾਕਿਸਤਾਨ ਗਏ ਲੋਕਾਂ ਤੱਕ ਬੜੀ ਮੁਸ਼ਕਲ ਨਾਲ ਪਹੁੰਚ ਕੀਤੀ ਗਈ। ਲੱਭੇ ਗਏ ਸਨੌਰ ਦੇ ਰਾਈ ਮੁਸਲਮਾਨ ਗੱਖੜ ਮੰਡੀ ਗੁਜਰਾਂਵਾਲਾ ਅਤੇ ਪਠਾਨ ਮੁਸਲਮਾਨ ਸੜਕਪੁਰ ਸ਼ਰੀਫ ਜ਼ਿਲ੍ਹਾ ਲਾਹੌਰ ਵਿਖੇ ਮਿਲ ਕੇ ਸਨੌਰ ਦੇ ਹੋਰ ਇਤਿਹਾਸ ਦੀ ਪੁਰਾਣੀ ਜਾਣਕਾਰੀ ਇਕੱਠੀ ਕੀਤੀ ਗਈ। ਸਨੌਰ ਦੀਆਂ ਪੁਰਾਣੀਆਂ ਯਾਦਾਂ ਨਾਲ ਸੰਬੰਧਿਤ ਹੈ ਪੰਜਾਬ ਦੇ ਪੁਰਾਣੇ ਇਤਿਹਾਸਿਕ ਪਿੰਡਾਂ ਬਾਰੇ ਜਾਣਕਾਰੀ ਭਰਪੂਰ ਕਿਤਾਬ ਪੰਜਾਬ ਸਟੇਟ ਗਜਟ ਵੋਲੀਅਮ 17A 1904 ਵਿੱਚ ਲਾਹੌਰ ਤੋਂ ਛਪੀ ਕਿਤਾਬ ਦੇ ਸਫਾ ਨੰਬਰ 206 ਅਨੁਸਾਰ ਅਤੇ ਲੇਖਕ ਜੀਵੀ ਸਿੰਘ ਪੰਮੀ ਪੁੱਤਰ ਸਰਦਾਰ ਦਰਸ਼ਨ ਸਿੰਘ ਪਟਵਾਰੀ ਦੇ ਪੰਜਾਬੀ ਟ੍ਰਿਬਿਊਨ ਵਿੱਚ ਮਿਤੀ 25/12/2014 ਨੂੰ ਛਪੇ ਲੇਖ ਅਨੁਸਾਰ ਮਿਲੀ ਕਾਫੀ ਮਹੱਤਵਪੂਰਨ ਜਾਣਕਾਰੀ ਅਨੁਸਾਰ ਸਨੌਰ ਕਈ ਵਾਰੀ ਉੱਜੜ ਕੇ ਬਸਿਆ ਹੈ। ਇਹ ਪਟਿਆਲੇ ਜ਼ਿਲ੍ਹੇ ਦੇ ਸਭ ਤੋਂ ਪੁਰਾਣਾ ਅਤੇ ਵੱਡਾ ਕਸਬਾ ਹੈ ਜੋ ਹੁਣ ਵਿਧਾਨ ਸਭਾ ਹਲਕਾ ਬਣ ਚੁੱਕਾ ਹੈ। ਇਸ ਦਾ ਇਤਿਹਾਸ ਪਟਿਆਲੇ ਤੋਂ ਵੀ ਕਈ ਸਦੀਆਂ ਪੁਰਾਣਾ ਹੈ। 100 ਲਾਹੌਰੀ ਇੱਕ ਸਨੌਰੀ ਕਹਾਵਤ ਪਿਛਲੀ ਜਦੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਹੈ ਕਿ ਕਿਸੇ ਸਮੇਂ ਪਟਿਆਲੇ ਦਾ ਨਾਜ਼ਮ ਅਬਦੁਲ ਹਮੀਦ ਵੀ ਸਨੌਰੀ ਸੀ। ਸਨੌਰ ਦਾ ਪਟਿਆਲੇ ਤੋਂ ਕਈ ਹੋਰ ਖੇਤਰਾਂ ਵਿੱਚ ਚੰਗਾ ਹੋਲਡ ਹੋਣ ਕਰਕੇ ਤੇ ਸਨੌਰੀ ਲੋਕ ਸਿਆਣੇ, ਹੁਸ਼ਿਆਰ ਅਤੇ ਤੇਜ਼ ਦਿਮਾਗ ਦੇ ਹੋਣ ਕਰਕੇ 100 ਲਾਹੌਰੀ ਇੱਕ ਸਨੌਰੀ ਕਹਾਵਤ ਦੀ ਸ਼ੁਰੂਆਤ ਹੋਈ ਸੀ।
ਇਹ ਫਿਲਮ ਬਹੁਤ ਲੰਬੀ ਨਾ ਹੋਵੇ, ਸੋ ਇਸ ਪਾਰਟ 1 ਵਿੱਚ ਫਿਲਮ ਸਿਰਫ 1947 ਤੋਂ ਪਹਿਲਾਂ ਦਾ ਇਤਿਹਾਸ, ਮੰਦਿਰ, ਗੁਰਦੁਆਰੇ, ਡੇਰੇ ਅਤੇ ਪੀਰਾਂ ਦੀਆਂ ਦਰਗਾਹਾਂ, ਸਥਾਨਾਂ ਆਦਿ ਘਟਨਾਵਾਂ ਤੇ ਉਹਨਾਂ ਹੀ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦਾ ਜਨਮ 1947 ਤੋਂ ਪਹਿਲਾਂ ਹੋਇਆ ਸੀ। ਸਨੌਰ ਦੀਆਂ ਕੁਝ ਪੁਰਾਣੀਆਂ ਫੋਟੋਆਂ ਬਹੁਤ ਮੁਸ਼ਕਿਲ ਨਾਲ ਪ੍ਰਾਪਤ ਕੀਤੀਆਂ ਗਈਆਂ। ਇਹ ਫਿਲਮ ਬਜ਼ੁਰਗਾਂ, NRI ਭਰਾਵਾਂ, ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਸਨੌਰ ਦੇ ਪੁਰਾਣੇ ਬੜਮੁੱਲੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਹੀ ਇਹ ਫਿਲਮ ਬਣਾਈ ਗਈ ਹੈ। ਜੋ ਲੋਕ ਕਿਸੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਨੌਰ ਤੋਂ ਵਿਛੜ ਕੇ ਦੂਰ ਚਲੇ ਗਏ ਹਨ ਅਤੇ ਸਨੌਰ ਵੇਖਣ ਸੁਣਨ ਨੂੰ ਦੁਬਾਰਾ ਤਰਸ ਰਹੇ ਹਨ ਅਤੇ ਉਹ ਸਨੌਰ ਦਾ ਪੁਰਾਣਾ ਇਤਿਹਾਸ ਜਾਣਨਾ ਚਾਹੁੰਦੇ ਹਨ। 1947 ਸਮੇਂ ਸਨੌਰ ਦੀ ਆਬਾਦੀ 10,000 ਦੇ ਕਰੀਬ ਸੀ। ਉਸ ਸਮੇਂ ਸਨੌਰ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਸੀ। ਵਧੇਰੇ ਪਠਾਨ ਲੋਕ ਪਠਾਣਾ ਵਾਲਾ ਚੌਂਕ, ਵਧੇਰੇ ਸਿੱਖ ਸਿੰਘਾਂ ਵਾਲੀ ਗਲੀ ਅਤੇ ਹਿੰਦੂ ਤੀਆਂ ਵਾਲਾ ਚੌਂਕ, ਸਰਾਫਾ ਬਾਜ਼ਾਰ, ਆਲੂ ਵਾਲੀਆ ਤੇ ਪਾਂਦਿਆਂ ਵਾਲਾ ਮੁਹੱਲਾ ਉੱਤਰ ਦਿਸ਼ਾ ਵੱਲ ਰਹਿੰਦੇ ਸੀ। ਮੁਸਲਮਾਨਾਂ ਦੇ ਨਾਂ ਤੇ ਸਨੌਰ ਵਿੱਚ ਕਈ ਮੁਹੱਲੇ ਸੀ, ਜਿਵੇਂ ਮੁਹੱਲਾ ਤੰਬੂਆਂ, ਖੋਖਰਾਂ, ਬਲੋਚਾਂ, ਕਾਜੀਆਂ, ਕਸਾਬੀਆਂ ਤੇ ਗਲੀ ਦਰਜੀਆਂ ਵਾਲੀ ਆਦਿ ਨਾਮ ਸੀ। ਸਨੌਰ ਵਿੱਚ ਕਈ ਪੁਰਾਣੇ ਡੇਰੇ, ਪੀਰ, ਮੰਦਿਰ, ਮਸੀਤਾਂ, ਕਬਰਾਂ, ਟੋਬੇ, ਛੱਪਰ, ਤਲਾਬ, ਪੰਜਾਵੇ, ਗੁਹਾਰੇ, ਖੂਹ ਤੇ ਸਿਰਫ ਇੱਕ ਗੁਰਦੁਆਰਾ ਸਿੰਘ ਸਵਾ ਹੱਟਾਂ ਵਾਲਾ ਚੌਂਕ ਵਿੱਚ ਹੁੰਦਾ ਸੀ ਅਤੇ ਵੱਡੀ ਈਦਗਾਹ ਗੁੱਗਾ ਮਾੜੀ ਨੇੜੇ ਹੁੰਦੀ ਸੀ। ਅੱਜ ਦਾ ਸਨੌਰ ਚਾਰੇ ਪਾਸੇ ਬਹੁਤ ਦੂਰ ਦੂਰ ਤੱਕ ਫੈਲ ਗਿਆ ਹੈ ਤੇ ਇਸ ਦੀ ਆਬਾਦੀ ਵੱਧ ਕੇ 50,000 ਦੇ ਕਰੀਬ ਹੋ ਗਈ ਹੈ। ਇਹ ਫਿਲਮ ਗੁਜ਼ਰ ਚੁੱਕੇ ਅਤੇ ਜਿਉਂਦੇ ਉਹਨਾਂ ਸਾਰੇ ਪੁਰਾਣੇ ਵਿਅਕਤੀਆਂ ਨੂੰ ਦੁਬਾਰਾ ਫਿਰ ਨਾਮ, ਸਤਿਕਾਰ, ਇੱਜ਼ਤ ਤੇ ਉਹਨਾਂ ਬਾਰੇ ਜਾਣਕਾਰੀ ਦੇਣ ਅਤੇ ਗੁਜ਼ਰ ਚੁੱਕੇ ਨਾਮੀ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਮਰਪਿਤ ਹੈ, ਜਿਨ੍ਹਾਂ ਨੇ ਸਨੌਰ ਦੀ ਇੱਜ਼ਤ ਤੇ ਤਰੱਕੀ ਵਧਾਉਣ ਲਈ ਸਮੇਂ-ਸਮੇਂ ਤੇ ਕੰਮ ਕੀਤਾ ਹੈ। ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਸਨੌਰ ਕਸਬੇ ਦੀ ਸਭ ਤੋਂ ਵੱਧ ਜਾਣਕਾਰੀ ਸੋਹਣ ਲਾਲ ਪਟਵਾਰੀ ਜੀ ਤੋਂ ਮਿਲੀ, ਜਿਨ੍ਹਾਂ ਦੀ 1947 ਸਮੇਂ ਉਮਰ 18 ਸਾਲ ਸੀ। ਸ੍ਰੀ ਪੀਰੂ ਪੰਡਤ ਤੇ ਜੀਤ ਰਾਏ ਭਰਾ ਡਾਕਟਰ ਜੋਤੀ ਪ੍ਰਸਾਦ ਆਹਲੂਵਾਲੀਆ, ਜਥੇਦਾਰ ਗੁਰਦਿਆਲ ਸਿੰਘ ਤੇ ਗੁਰਦੁਆਰਾ ਸਿੰਘ ਸਭਾ ਇਕੱਠੇ ਹੋਏ ਕਈ ਬਜ਼ੁਰਗਾਂ, ਡੇਰਿਆਂ ਤੇ ਸੇਵਾਦਾਰਾਂ ਤੇ ਜੌਲੀ ਦੇ ਪਿਤਾ ਜਿਨ੍ਹਾਂ ਦੀ ਉਮਰ 122 ਸਾਲ ਸੀ ਅਤੇ ਸ੍ਰੀ ਪੁਰਸ਼ੋਤਮ ਸਾਰਦਾ ਜੀ, ਕਾਨੂੰਗੋ ਗਲੀ, ਸਨੌਰ ਦੇ ਸੜਕਪੁਰ ਸ਼ਰੀਫ ਨੇੜੇ ਲਾਹੌਰ ਵਾਲੇ ਦੋਸਤਾਂ, ਲੇਖਕ ਗੁਲਸ਼ਨ ਸਨੌਰੀ ਜੀ ਦੇ ਲੜਕੇ ਕਿਊਮ ਖਾਨ, ਪੱਤਰਕਾਰ ਤੇ ਗੱਖੜ ਮੰਡੀ ਗੁਜਰਾਂਵਾਲਾ ਦੇ ਰਾਈ ਜੋ ਸਨੌਰ ਤੋਂ ਹੱਲਿਆਂ ਸਮੇਂ ਉਧਰ ਗਏ ਸੀ। ਉਹਨਾਂ ਤੋਂ ਸਨੌਰ ਬਾਰੇ ਕਾਫੀ ਮਹੱਤਵਪੂਰਨ ਜਾਣਕਾਰੀ ਤੇ ਫੋਟੋਆਂ ਮੁਹੰਮਦ ਅਮੀਰ ਖਾਂ ਪੁੱਤਰ ਸਲੀਮ ਖਾਂ, ਵਜ਼ੀਰਾਬਾਦ, ਜ਼ਿਲ੍ਹਾ ਗੁਜਰਾਂਵਾਲਾ ਨੇ ਸੜਕਪੁਰ ਸ਼ਰੀਫ ਸਨੌਰੀ ਪਠਾਣਾ ਬਾਰੇ ਕਾਫੀ ਜਾਣਕਾਰੀ ਦਿੱਤੀ ਸੀ। ਸਨੌਰ ਤੇ ਮੁਸਲਮ ਰਾਈ ਬਰਾਦਰੀ ਬਾਰੇ ਇਫਤਿਖਾਰ ਅਹਿਮਦ ਪੁੱਤਰ ਫਕੀਰ ਮੁਹੰਮਦ ਜੋ ਅੱਜ ਕੱਲ ਮੁਲਤਾਨ ਵਿਖੇ ਰਹਿ ਰਹੇ ਹਨ ਤੇ ਉਹਨਾਂ ਦੇ ਰਿਸ਼ਤੇਦਾਰ ਮੁਹੰਮਦ ਅਮੀਨ ਪੁੱਤਰ ਰਹਿਮਤ ਉਲਾ ਜੀ ਨੇ ਗੱਖੜ ਮੰਡੀ ਗੁਜਰਾਂਵਾਲਾ, ਜਿੱਥੇ ਹਿਜਰਤ ਸਮੇਂ ਸਨੌਰੀ ਦੇ ਰਾਈ ਮੁਸਲਮਾਨ ਗਏ ਸੀ, ਉਹਨਾਂ ਬਾਰੇ ਤੇ ਸਨੌਰ ਬਾਰੇ ਬਜ਼ੁਰਗਾਂ ਤੋਂ ਕਾਫੀ ਜਾਣਕਾਰੀ ਪ੍ਰਾਪਤ ਕਰਕੇ ਦਿੱਤੀ ਸੀ। ਇਹ ਦੋਵੇਂ ਸਨੌਰ ਆ ਕੇ ਬਜ਼ੁਰਗਾਂ ਦਾ ਪਿੰਡ ਵੀ ਦੇਖ ਚੁੱਕੇ ਹਨ। ਸਨੌਰ ਦੀ ਆਬਾਦੀ 1881 ਸਮੇਂ 1928 ਅਤੇ 1901 ਸਮੇਂ 8580 ਅਤੇ 1947 ਸਮੇਂ 10,000 ਦੇ ਕਰੀਬ ਸੀ, ਜੋ ਅੱਜ ਅੰਦਾਜ਼ਾ 50,000 ਦੇ ਕਰੀਬ ਹੋ ਗਈ। ਸਨੌਰ ਦਾ ਇਤਿਹਾਸ ਆਪਣੀ ਬੁੱਕਲ ਵਿੱਚ ਕਾਫੀ ਪੁਰਾਣਾ ਇਤਿਹਾਸ ਸਮੋਈ ਬੈਠਾ ਹੈ। ਜਿਨ ਹਰ ਸੇਵਾ ਬਣਤ ਬਣਾਈ, ਜਿਸ ਦਾ ਅੱਜ ਕੁੱਲ ਰਕਬਾ 4,363 ਏਕੜ ਹੈ। ਆਬਾਦੀ ਕਲੋਨੀਆਂ ਸਮੇਤ ਹੈ। ਸਭ ਧਾਰਮਿਕ ਡੇਰਿਆਂ ਦਾ ਕੁੱਲ ਰਕਬਾ
279 ਕਨਾਲ ਹੈ। ਸਨੌਰ ਪਟਿਆਲੇ ਤੋਂ ਪੁਰਾਣਾ ਤੇ ਕਈ ਵਾਰੀ ਉੱਜੜ ਕੇ ਦੁਬਾਰਾ ਵਸਿਆ ਹੈ। ਇਸ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ। ਮਹਾਰਾਜਾ ਵਿਕਰਮਾਦਿੱਤਿਆ ਦੇ ਰਾਜ ਸਮੇਂ ਸਨੌਰ ਦਾ ਪਹਿਲਾ ਪੁਰਾਣਾ ਨਾਂ ਸੋਨਾਪਤ ਨਗਰੀ ਸੀ, ਕਿਉਂਕਿ ਇੱਥੇ ਉੱਪਰਲੇ ਸਰਾਫਾ ਬਾਜ਼ਾਰ ਵਿੱਚ ਪਹਿਲਾਂ ਸੋਨਾ ਚਾਂਦੀ ਹੀਰੇ ਦਾ ਕਾਫੀ ਵਪਾਰ ਦੂਰ ਦੂਰ ਤੱਕ ਹੁੰਦਾ ਸੀ। ਕਈ ਲੋਕਾਂ ਦੁਆਰਾ ਕਿਹਾ ਜਾਂਦਾ ਹੈ ਕਿ ਪਾਂਡਵਾਂ ਨੇ ਕੌਰਵਾਂ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਰਾਹੀਂ ਜੋ 5 ਪਿੰਡ ਲੈਣ ਬਦਲੇ ਸਮਝੌਤੇ ਦੀ ਗੱਲ ਚਲਾਈ ਸੀ, ਉਹਨਾਂ ਵਿੱਚੋਂ ਇੱਕ ਪਿੰਡ ਇਹ ਸੋਨਾਪਤ ਨਗਰੀ ਵੀ ਸੀ। अपने ही अपनों के बन बैठे दुश्मन है, विधि का ये कैसा विधान है। ਸਮਾਂ ਬੀਤਣ ਦੇ ਨਾਲ ਇਸ ਦਾ ਨਾਂ ਸੋਨਾ ਨਗਰੀ, ਫਿਰ ਇਸ ਦੀ ਮਿਰਚ ਬਹੁਤ ਤੇਜ਼ ਤੇ ਸੋਨਾ ਰੰਗ ਵਰਗੀ ਹੋਣ ਕਰਕੇ ਇਹ ਪਿੰਡ ਸਨੌਰੀ ਮਿਰਚ ਕਰਕੇ ਹੋਰ ਮਸ਼ਹੂਰ ਹੋ ਗਿਆ। ਇੱਥੋਂ ਦੀ ਜਾਮਨ, ਸਬਜ਼ੀਆਂ, ਮਿਰਚ, ਬੇਰਾਂ, ਹੱਥ ਪੱਖੇ, ਮਿੱਟੀ ਦੇ ਭਾਂਡੇ, ਜ਼ਾਰ ਪਿੰਡ ਸਨੌਰ ਨੂੰ ਬਹੁਤ ਦੂਰ ਦੂਰ ਤੱਕ ਮਸ਼ਹੂਰ ਕਰ ਦਿੱਤਾ। ਪੁਰਾਣੇ ਕਈ ਲੋਕਾਂ ਦੇ ਦੱਸਣ ਮੁਤਾਬਿਕ ਭਗਤ ਸਰਵਣ ਆਪਣੇ ਬਜ਼ੁਰਗ ਮਾਤਾ ਪਿਤਾ ਸਮੇਤ ਅਗਲੀ ਮੰਜ਼ਿਲ ਤੇ ਜਾਂਦੇ ਹੋਏ ਮੌਜੂਦ ਗੁੱਗਾ ਮਾੜੀ ਮੰਦਿਰ ਸਨੌਰ ਵਿਖੇ ਕੁਝ ਸਮੇਂ ਲਈ ਰੁਕੇ ਸੀ। ਇਸ ਗੁੱਗਾ ਮਾੜੀ ਮੰਦਿਰ ਵਿਖੇ ਪੁਰਾਣੇ ਸਮੇਂ ਵਿੱਚ ਇੱਕ ਵੇਖਣਯੋਗ ਤਲਾਅ ਹੁੰਦਾ ਸੀ। ਇਸ ਥਾਂ ਦਾ ਇਤਿਹਾਸ ਵੀ ਸਦੀਆਂ ਪੁਰਾਣਾ ਹੈ। ਸਰਵਨ ਵਿਰਲਾ ਕੋਈ ਹੋਵੇ, ਸਰਵਨ ਵਿਰਲਾ ਕੋਈ ਹੋਵੇ, ਸਰਵਨ ਵਿਰਲਾ ਕੋਈ। ਇਸ ਸਥਾਨ ਤੇ ਕਈ ਮੰਦਿਰ ਵੀ ਹਨ, ਜਿਨ੍ਹਾਂ ਵਿੱਚ ਇੱਕ ਮੰਦਿਰ ਮਹਾਦੇਵ ਜੀ ਦਾ ਅਤੇ ਇੱਕ ਪ੍ਰਾਚੀਨ ਮੰਦਿਰ ਸ੍ਰੀ ਰਾਧਾ ਕ੍ਰਿਸ਼ਨ ਜੀ ਦਾ ਹੁਣ ਨਵਾਂ ਬਣਾਇਆ ਗਿਆ ਹੈ, ਜੋ ਰਾਜੀਵ ਗੋਇਲ ਜੀ ਸਨ ਸ੍ਰੀ ਸਤਪਾਲ ਗੋਲ ਜੀ ਦੇ ਪਰਿਵਾਰ ਪੂਰਵਜਾਂ ਵਜੋਂ ਬਣਾਇਆ ਗਿਆ ਸੀ। ਸਨੌਰ ਗੁੱਗਾ ਮਾੜੀ ਨੌਮੀ ਮੇਲੇ ਦੌਰਾਨ ਕੁਸ਼ਤੀਆਂ ਕਬੱਡੀ ਮੈਚ ਵੀ ਹੁੰਦੇ ਸੀ, ਜਿਸ ਨੂੰ ਵੇਖਣ ਲਈ ਲੋਕ ਬੜੀ ਦੂਰੋਂ ਦੂਰੋਂ ਪਹੁੰਚਦੇ ਸੀ। ਉਦੋਂ ਲੋਕਾਂ ਨੂੰ ਸਿਹਤ ਬਣਾਉਣ ਅਤੇ ਇਹਨਾਂ ਮੈਚਾਂ ਨੂੰ ਦੇਖਣ ਲਈ ਕਾਫੀ ਉਤਸ਼ਾਹ ਹੁੰਦਾ ਸੀ। ਅੱਜ ਕੱਲ੍ਹ ਗੁੱਗਾ ਮਾੜੀ ਵਿਖੇ ਤੀਆਂ ਦਾ ਮੇਲਾ ਭਰਦਾ ਹੈ, ਜੋ ਕਦੇ ਤੀਆਂ ਵਾਲਾ ਚੌਂਕ ਪਿੰਡ ਦੇ ਅੰਦਰ ਭਰਦਾ ਹੁੰਦਾ ਸੀ, ਜੋ ਦੇਖਣ ਵਾਲਾ ਹੁੰਦਾ ਸੀ। ਤੀਆਂ ਭਰਨ ਕਰਕੇ ਇਸ ਚੌਂਕ ਦਾ ਨਾਂ ਤੀਆਂ ਵਾਲਾ ਚੌਂਕ ਪੈ ਗਿਆ ਸੀ, ਜੋ ਹੁਣ ਵੀ ਹੈ। ਕਈ ਕੁੜੀਆਂ ਨੂੰ ਪੀਂਘ ਝੂਟਣ ਦਾ ਬੜਾ ਚਾਅ ਹੁੰਦਾ ਸੀ। ਉਹ ਕਈ ਘੰਟੇ ਪੀਂਘ ਝੂਟਦੀਆਂ ਅਤੇ ਕੁਝ ਪੇਂਡੂ ਖੇਡਾਂ ਖੇਡਦੀਆਂ ਰਹਿੰਦੀਆਂ ਸਨ। ਕੰਬੋਜ ਬਰਾਦਰੀ ਦੀ ਵੱਡੀ ਪਹਿਚਾਣ ਸ਼ਹੀਦ ਊਧਮ ਸਿੰਘ ਜੀ ਸੋਨਾਮ ਕਰਕੇ, ਜਿਸ ਨੇ ਲੰਡਨ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਕੌਮ ਦੇ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ। ਇਸ ਦੇ ਨਾਮ ਤੇ ਬੋਲੜ ਚੌਂਕ ਨੇੜੇ ਇੱਕ ਪਾਰਕ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਸਥਾਪਿਤ ਹੈ। ओ खातिर कौम दी दुख सहार दे जो। ਸਨੌਰ ਵਿੱਚ ਪਹਿਲੇ ਦਿਨ ਤੋਂ ਹੀ ਦੋ ਕੌਮਾਂ ਮਿਹਨਤੀ ਹੋਣ ਕਰਕੇ ਬਹੁਤ ਮਸ਼ਹੂਰ ਹੋਈਆਂ ਹਨ। ਇੱਕ ਕੰਬੋਜ ਬਰਾਦਰੀ, ਦੂਜੀ ਸਨੌਰ ਦੇ ਰਾਈ ਮੁਸਲਮਾਨ। ਦੋਵੇਂ ਪਾਸੇ ਥੋੜੇ ਸਮੇਂ ਵਿੱਚ ਸਭ ਤੋਂ ਵੱਧ ਤਰੱਕੀ ਇਹਨੇ ਦੋਵਾਂ ਕੌਮਾਂ ਨੇ ਕੀਤੀ ਹੈ। ਕੰਬੋਜ ਤੇ ਰਾਈ ਬਰਾਦਰੀ ਦੇ ਲੋਕ ਬਹੁਤ ਮਿਹਨਤੀ ਹੁੰਦੇ ਹਨ। ਪਹਿਲਾਂ ਉਹਨਾਂ ਦੀਆਂ ਔਰਤਾਂ ਸਵੇਰੇ ਜਲਦੀ ਉੱਠ ਕੇ ਘਰੇਲੂ ਕੰਮਾਂ ਤੋਂ ਇਲਾਵਾ ਖੇਤਾਂ ਦੇ ਕੰਮਾਂ, ਪਸ਼ੂ ਸੰਭਾਲ ਅਤੇ ਸਬਜ਼ੀ ਆਦਿ ਤੋੜਨ ਦੇ ਕੰਮਾਂ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦਿੰਦੀਆਂ ਸੀ। ਸਖਤ ਕੰਮ ਕਰਨ ਕਰਕੇ ਔਰਤਾਂ ਦੀ ਸਿਹਤ ਚੰਗੀ ਹੁੰਦੀ ਸੀ। ਭਾਵੇ ਤਾਂ ਨਾਮ ਜਪਾਵੇ, ਤੁਧ ਭਾਵੇ ਤਾਂ ਨਾਮ। ਲੋਕ ਵਿਹਲਾ ਸਮਾਂ ਪਾਸ ਕਰਨ ਲਈ ਉਹ ਧਰਮਸ਼ਾਲਾ, ਪਿੱਪਲ, ਬਿੱਡੀ, ਹੱਟਾਂ, ਡੇਰੇ ਆਦਿ 'ਚ ਬੈਠਣ ਦਾ ਸਹਾਰਾ ਲੈਂਦੇ ਸੀ। ਇੱਥੇ ਬੈਠ ਕੇ ਉਹ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹੁੰਦੇ ਸੀ। ਕਈ ਵਾਰ ਉਹਨਾਂ ਦੀ ਇਹ ਖੁੰਡ ਚਰਚਾ ਲੰਮਾ ਸਮਾਂ ਚੱਲਦੀ ਰਹਿੰਦੀ ਸੀ। ਸਨੌਰ ਧਰਮਕੋਟ ਦੇ ਬਾਜੀਗਰ ਲੋਕ ਵੀ ਬੜੇ ਮਿਹਨਤੀ ਸੀ। ਇਹਨਾਂ ਦੇ ਪੁਰਾਣੇ ਘਰਾਂ ਦੀ ਹਾਲਤ ਕੁਝ ਅਜਿਹੀ ਹੁੰਦੀ ਸੀ। ਪਸ਼ੂ ਸੰਭਾਲ ਦੀ ਜ਼ਿੰਮੇਵਾਰੀ ਇਹਨਾਂ ਦੀਆਂ ਔਰਤਾਂ ਨਿਭਾਉਂਦੀਆਂ ਸਨ। ਬਾਜੀਗਰ ਲੋਕ ਬਾਜੀਆਂ, ਭੰਗੜਾ ਤੇ ਧਮਾਲਾਂ ਪਾਉਂਦੇ ਸੀ। ਇਹਨਾਂ ਦਾ ਭੰਗੜਾ ਤੇ ਧਮਾਲ ਵੇਖਣ ਵਾਲਾ ਹੁੰਦਾ ਸੀ, ਜੋ ਅੱਜ ਵੀ ਬਹੁਤ ਮਸ਼ਹੂਰ ਹੈ। ਇਸ ਕੌਮ ਨੇ ਵੀ ਬਹੁਤ ਜ਼ਿਆਦਾ ਮਿਹਨਤ ਦੇ ਸਿਰ ਤੇ ਤਰੱਕੀ ਕੀਤੀ ਹੈ, ਜਿਨ੍ਹਾਂ ਦੇ ਪਿੰਡ ਦੇ ਹੋਏ ਵਿਕਾਸ ਦੀ ਤਰੱਕੀ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ।
ਲੱਕੜ ਦੇ ਗੱਡਿਆਂ ਦੀ ਲੋਕ ਖੇਤੀ ਤੇ ਸਮਾਨ ਦੀ ਢੋਆ ਢੁਆਈ ਤੇ ਸਫ਼ਰ ਦੇ ਲਈ ਵਰਤੋਂ ਕਰਦੇ ਹੁੰਦੇ ਸੀ। ਗੱਡੇ ਤੇ ਬਲਦਾਂ ਦੀ ਨਸਲ ਤੇ ਮਕਾਨ ਜ਼ਮੀਨ ਤੋਂ ਵਿਅਕਤੀ ਦੀ ਆਰਥਿਕ ਹਾਲਾਤ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਸੀ। ਅਮੀਰ ਜ਼ਿਮੀਂਦਾਰ ਚੰਗੀ ਨਸਲ ਦੇ ਬਲਦਾਂ ਦੀ ਜੋੜੀ ਰੱਖਦੇ ਹੁੰਦੇ ਸੀ। ਇਹਨਾਂ ਗੱਡਿਆਂ ਦੁਆਰਾ ਬਾਅਦ ਵਿੱਚ ਖੱਚੇ ਰੇੜੀਆਂ ਦੁਆਰਾ ਸਨੌਰ ਦੇ ਲੋਕ ਸ਼ਹਿਰ ਵਿੱਚ ਸਫ਼ਰ, ਫਸਲ ਤੇ ਪੱਠੇ ਆਦਿ ਵੇਚਣ ਜਾਂਦੇ ਹੁੰਦੇ ਸੀ। ਗੱਡੇ ਕਈ ਕਿਸਮ ਦੇ ਹੁੰਦੇ ਸੀ। ਅਮੀਰ ਲੋਕਾਂ ਦੇ ਮਕਾਨ, ਹਵੇਲੀ, ਬਲਦ ਤੇ ਗੱਡੇ ਵਧੀਆ ਹੁੰਦੇ ਸੀ। ਖੂਹ ਚੰਗੇ ਜ਼ਿਮੀਂਦਾਰਾਂ ਦੇ ਕੋਲ ਹੀ ਹੁੰਦੇ ਸੀ। ਖੇਤਾਂ ਵਿੱਚ ਸਿੰਚਾਈ ਕਰਨ ਦੇ ਲਈ ਉਹ ਇਹਨਾਂ ਖੂਹਾਂ ਦੀ ਵਰਤੋਂ ਕਰਦੇ ਹੁੰਦੇ ਸੀ। ਪੂਰੀ ਸੰਪਰਦਾ ਵੀ ਬੜੀ ਪੁਰਾਣੀ ਸੰਪਰਦਾ ਹੈ, ਜਿਸ ਦੇ ਪਹਿਲੇ ਮੁਖੀ ਗੁਰੂ ਗੋਰਖਨਾਥ ਜੀ ਹੋਏ ਹਨ। ਇਹ ਸੰਪਰਦਾ ਦੇ ਪੂਰੇ ਭਾਰਤ ਵਿੱਚ ਕਈ ਡੇਰੇ ਹਨ, ਜਿਨ੍ਹਾਂ ਵਿੱਚੋਂ ਇੱਕ ਡੇਰਾ ਲਛਮਣਪੁਰੀ ਸਨੌਰ ਦੀ ਬਾਹਰਲੀ ਫਿਰਨੀ ਤੇ ਪੂਰਬ ਦਿਸ਼ਾ ਵੱਲ ਸਥਿਤ ਹੈ। ਇਹ ਵੀ ਇੱਕ ਪੁਰਾਣਾ ਡੇਰਾ ਹੈ, ਜਿਸ ਦੇ ਅੰਦਰ 2 ਮੰਦਰ ਹਨ। ਇੱਕ ਮੰਦਰ ਸ੍ਰੀ ਹਨੂਮਾਨ ਜੀ ਦਾ ਅਤੇ ਦੂਸਰਾ ਸ਼ਿਵ ਜੀ ਦਾ ਮੰਦਰ ਹੈ। ਬਾਬਾ ਸਮਾਧਪੁਰੀ ਜੀ ਨੇ 40 ਸਾਲ ਦੇ ਕਰੀਬ ਇਸ ਡੇਰੇ ਦੀ ਸੇਵਾ ਕੀਤੀ ਹੈ। ਇੱਥੇ ਇੱਕ ਵੱਡੀ ਮੂਰਤੀ ਬਾਬਾ ਲਛਮਣਪੁਰੀ ਜੀ ਦੀ ਹੈ। ਪੁਰਾਤਨ ਡੇਰੇ ਕਾਫੀ ਵਿਸ਼ਾਲ ਥਾਂ ਵਿੱਚ ਫੈਲੇ ਹੁੰਦੇ ਸੀ। ਇੱਥੇ ਪਹੁੰਚ ਕੇ ਭਗਤਾਂ ਨੂੰ ਬਹੁਤ ਸੁੱਖ ਸ਼ਾਂਤੀ ਤੇ ਸਕੂਨ ਮਿਲਦਾ ਸੀ। ਨਾਥ ਸੰਪਰਦਾ ਵੀ ਬਹੁਤ ਪੁਰਾਣੀ ਸੰਪਰਦਾ ਹੈ, ਜਿਸ ਦੇ ਪਹਿਲੇ ਮੁਖੀ ਗੁਰੂ ਗੋਰਖਨਾਥ ਜੀ ਹੋਏ ਹਨ। ਇਸ ਸੰਪਰਦਾ ਦੇ ਵੀ ਪੂਰੇ ਭਾਰਤ ਵਿੱਚ ਕਈ ਡੇਰੇ ਹਨ, ਜਿਨ੍ਹਾਂ ਵਿੱਚੋਂ ਇੱਕ ਡੇਰਾ ਲਛਮਣਪੁਰੀ ਡੇਰੇ ਤੋਂ ਕੁਝ ਦੂਰ ਅੱਗੇ ਜਾ ਕੇ ਸੱਜੇ ਹੱਥ ਡੇਰਾ ਸਿੱਧ ਬਾਬਾ ਬਖਤੌਰ ਨਾਥ ਜੀ ਦਾ ਹੈ, ਜੋ ਇਸ ਇਲਾਕੇ ਦਾ ਸੈਂਕੜੇ ਸਾਲ ਸਭ ਤੋਂ ਪੁਰਾਣਾ ਨਾਥ ਸੰਪਰਦਾਇ ਦਾ ਡੇਰਾ ਹੈ। ਇਸ ਡੇਰੇ ਦੀ ਬਾਬਾ ਬਖਤੌਰ ਨਾਥ ਜੀ ਨੇ 40 ਸਾਲ ਸੇਵਾ ਕੀਤੀ ਸੀ। ਮੌਜੂਦਾ ਬਾਬਾ ਅਮਰਨਾਥ ਜੀ ਨੇ ਵੀ ਇਸ ਦੇ ਵਿਕਾਸ ਕਰਨ ਵਿੱਚ ਕਾਫੀ ਜ਼ਿਆਦਾ ਕੰਮ ਕੀਤਾ ਹੈ। ਪਹਿਲਾਂ ਇੱਥੇ ਬੇਰੀਆਂ ਦਾ ਇੱਕ ਵਿਸ਼ਾਲ ਬਾਗ ਹੁੰਦਾ ਸੀ। ਡੇਰਾ ਬਾਬਾ ਬਚਿੱਤਰਗੀਰ ਦਾ ਇਤਿਹਾਸ ਵੀ ਬਹੁਤ ਹੀ ਪੁਰਾਣਾ ਹੈ। ਸਨੌਰ ਦਾ ਇੱਕ ਗਿਰੀ ਸੰਪਰਦਾ ਦਾ ਡੇਰਾ ਹੈ। ਇਸ ਸੰਪਰਦਾ ਦੇ ਵੀ ਪੂਰੇ ਭਾਰਤ ਵਿੱਚ ਕਈ ਥਾਂ ਡੇਰੇ ਹਨ, ਜਿਨ੍ਹਾਂ ਵਿੱਚੋਂ ਇੱਕ ਸਨੌਰ ਵਾਲਾ ਡੇਰਾ ਹੈ, ਜੋ ਬੋਸਰ ਰੋਡ ਤੇ ਜਾਂਦੇ ਹੋਏ ਸੱਜੇ ਪਾਸੇ ਸਥਿਤ ਹੈ। 1748 ਵਿੱਚ ਸਨੌਰ ਦਾ ਇਹ 85 ਪਿੰਡਾਂ ਦਾ ਰਾਜ ਮਲਿਕ ਸਲਾਹੂਦੀਨ ਤੋਂ ਬਾਅਦ ਇਹ ਰਾਜ ਪਟਿਆਲਾ ਦੇ ਰਾਜਾ ਆਲਾ ਸਿੰਘ ਦੇ ਕੋਲ ਆ ਗਿਆ ਸੀ, ਜੋ ਕਈ ਸਾਲਾਂ ਬਾਅਦ ਆਪਸੀ ਪਰਿਵਾਰਕ ਰਜ਼ਾਮੰਦੀ ਵੰਡ ਅਨੁਸਾਰ ਫਿਰ ਇਹ ਰਾਜ ਰਾਣੀ ਆਸ਼ ਕੌਰ ਜੀ ਨੂੰ ਮਿਲ ਗਿਆ ਸੀ। ਇਸ ਰਾਜ ਦਾ ਇੱਕ ਸਿਰਾ ਭੇਵਾ ਕੁਰੂਕਸ਼ੇਤਰ ਰਾਜ ਤੱਕ ਫੈਲਿਆ ਹੋਇਆ ਸੀ। ਸਨੌਰ ਰਾਜ ਦਾ ਕਿਲਾ, ਸਨੌਰ ਦਾ ਮੌਜੂਦਾ ਸਕੂਲ ਅਤੇ ਪੁਲਿਸ ਚੌਂਕੀ ਹੁੰਦੀ ਸੀ। ਭਗਵਾਨ ਸ਼੍ਰੀ ਰਾਮ ਚੰਦ ਜੀ ਦਾ ਜਨਮ ਅਤੇ ਮਾਤਾ ਕੁਸ਼ਲਿਆ ਜੀ ਦੇ ਪੇਕੇ ਪਿੰਡ ਕੜਾਮ ਦਾ ਰਕਬਾ ਵੀ ਸਨੌਰ ਰਾਜ ਦੇ ਅਧੀਨ ਹੀ ਆਉਂਦਾ ਸੀ। ਸਨੌਰ ਦੀਆਂ ਮੌਜੂਦਾ ਦਾਣਾ ਮੰਡੀ ਅਤੇ ਖੇਡ ਸਟੇਡੀਅਮ ਵਾਲੀ ਥਾਂ ਰਾਣੀਆਂ ਦੇ ਨਹਾਉਣ ਲਈ ਰਾਣੀ ਕਾ ਬਾਗ ਵਿਖੇ ਇੱਕ ਵਧੀਆ ਤਲਾਅ ਹੁੰਦਾ ਸੀ। ਇੱਕ ਤਲਾਅ ਮੌਜੂਦਾ ਸਰਕਾਰੀ ਹਾਈ ਸਕੂਲ ਦੇ ਪਿੱਛੇ, ਇੱਕ ਤਲਾਅ ਗੁੱਗਾ ਮਾੜੀ ਨੌਮੀ ਵਾਲੀ ਥਾਂ ਤੇ ਹੁੰਦਾ ਸੀ ਅਤੇ ਇੱਕ ਡੇਰਾ ਲਛਮਣਪੁਰੀ ਵਿਖੇ ਵੀ ਹੁੰਦਾ ਸੀ। ਮੱਝਾਂ ਦੇ ਨਹਾਉਣ ਲਈ ਸਨੌਰ ਦੇ ਦੁਆਲੇ ਕਈ ਛੱਪੜ ਹੁੰਦੇ ਸੀ। ਸਨੌਰ ਵਿੱਚ 2 ਵੱਡੇ ਪੰਜਾਬੇ ਹੁੰਦੇ ਸੀ, ਜਿੱਥੇ ਇੱਟਾਂ ਬਣਦੀਆਂ ਸੀ। ਇੱਕ ਪੰਜਾਬਾ ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਅਕਾਲਗੜ੍ਹ ਵਿਖੇ ਹੁੰਦਾ ਸੀ, ਦੂਸਰਾ ਪੰਜਾਬਾ ਮੌਜੂਦਾ ਨਵਾਂ ਵਿਸ਼ਵਕਰਮਾ ਮੰਦਿਰ ਵਾਲੀ ਥਾਂ ਤੇ ਹੁੰਦਾ ਸੀ। ਅਕਾਲਗੜ੍ਹ ਸਾਹਿਬ ਵਾਲੇ ਪੰਜਾਬੇ ਦੇ ਵੱਡੇ ਹਿੱਸੇ ਦੀ ਗੁਰਦੁਆਰਾ ਸਿੰਘ ਸਭਾ ਦੇ ਪਿਛਲੇ ਪਾਰਕ ਵਿੱਚ ਸੰਗਤ ਦੁਆਰਾ ਬਹੁਤ ਭਰਤ ਪਾਈ ਗਈ ਸੀ। ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਨ ਸ਼ੋਧ ਜਿਸੇ ਦਹੀਂ ਪਾਤ ਖਾਏ ਜੀਓ। 1912 ਵਿੱਚ ਮੁਹੱਲਾ ਕਾਂਸੀਆਂ ਵਾਲਾ ਹੱਟਾਂ ਵਾਲੀ ਧਰਮਸ਼ਾਲਾ ਵਿੱਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਇਹ ਗੁਰਦੁਆਰਾ ਹੁਣ ਵਾਲੀ ਥਾਂ ਚਲਾ ਗਿਆ। ਗੁਰਦੁਆਰਾ ਸਿੰਘ ਸਭਾ ਮੁਹੱਲਾ ਕਾਂਸੀਆਂ ਵਾਲਾ ਸਨੌਰ ਦੇ ਪਹਿਲੇ ਜਥੇਦਾਰ 1917 ਬਿਕਰਮੀ ਵਿੱਚ ਸਰਦਾਰ ਹਰਦਿੱਤ ਸਿੰਘ ਜੀ ਸੀ, ਜੋ 55 ਸਾਲ ਇਸ ਗੁਰਦੁਆਰੇ ਦੇ ਜਥੇਦਾਰ ਬਣੇ ਰਹੇ। ਬਾਅਦ ਵਿੱਚ ਉਹਨਾਂ ਦਾ ਲੜਕਾ ਜਥੇਦਾਰ ਗੁਰਦਿਆਲ ਸਿੰਘ ਜੀ ਇਸ ਗੁਰਦੁਆਰੇ ਦੇ ਜਥੇਦਾਰ ਹੋਏ ਸੀ। ਸ਼ੁਰੂ ਵਿੱਚ ਨਗਰ ਕੀਰਤਨ ਦੇ ਵਿੱਚ ਇੱਕ ਸਿੰਘ ਮਹਾਰਾਜ ਜੀ ਦਾ ਘੋੜਾ ਬਣ ਕੇ ਪ੍ਰਭਾਤ ਫੇਰੀ ਵਾਂਗ ਨਗਰ ਕੀਰਤਨ ਨਿਕਲਦਾ ਹੁੰਦਾ ਸੀ। ਫਿਰ ਇਸ ਦੀ ਸ਼ੋਭਾ ਵਧਾਉਣ ਲਈ ਮਹਾਰਾਜ ਜੀ ਨੂੰ ਕਈ ਵਾਰ ਬੱਗੀ, ਫਿਰ ਹਾਥੀ ਤੇ 1947 ਸਮੇਂ ਤੱਕ ਸਵਾਰੀ ਕਰਵਾਈ ਜਾਂਦੀ ਰਹੀ। ਯਾਦ ਸਨੌਰ ਦੀ ਆਈ ਹੰਝੂ ਡੋਲੇ ਗਏ ਨੇ ਮੇਰੇ, ਯਾਦ ਸਨੌਰ ਦੀ ਆਈ ਹੰਝੂ ਡੋਲੇ ਗਏ ਨੇ ਮੇਰੇ, ਆਇਆ
ਸੋਚਾਂ ਨੇ ਘੇਰਾ ਹੋ ਕੇ ਚਾਰ ਛੁਪੇਰੇ। ਮੌਜੂਦਾ ਥਾਂ ਤੇ ਕਿਸੇ ਸਮੇਂ ਇੱਕ ਛੋਟੇ ਜਿਹੇ ਕਮਰੇ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ। ਇਹ ਫੋਟੋ ਜੋ ਤੁਸੀਂ ਵੇਖ ਰਹੇ ਹੋ ਬਹੁਤ ਹੀ ਪੁਰਾਣੀ ਅਸਲ ਫੋਟੋ ਬਲੈਕ ਐਂਡ ਵਾਈਟ ਵਿੱਚ ਰੰਗ ਭਰੇ ਹੋਏ ਹਨ। ਇਹ ਫੋਟੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਮੌਕੇ ਅੱਜ ਤੋਂ 100 ਸਾਲ ਦੇ ਕਰੀਬ ਪਹਿਲਾਂ ਖਿੱਚੀ ਗਈ ਸੀ। ਜਿਸ ਫੋਟੋ ਵਿੱਚ ਪਹਿਲੇ ਜਥੇਦਾਰ ਸਰਦਾਰ ਹਰਦਿੱਤ ਸਿੰਘ ਜੀ, ਉਹਨਾਂ ਦਾ ਲੜਕਾ ਸਰਦਾਰ ਗੁਰਦਿਆਲ ਸਿੰਘ ਜੀ ਅਤੇ ਉਹਨਾਂ ਦੇ ਦੋਸਤ ਸਾਥ ਖੜੇ ਦਿਖਾਈ ਦੇ ਰਹੇ ਨੇ। ਖੂਨੀ ਟੋਭਾ ਗੁਰਦੁਆਰਾ ਸਿੰਘ ਸਭਾ ਦੇ ਪਿਛਲੇ ਪਾਸੇ 48 ਵਿਗੇ 'ਚ ਫੈਲੇ ਇਸ ਟੋਭੇ ਵਿੱਚ ਸਮੇਂ-ਸਮੇਂ ਤੇ ਹੋਈਆਂ ਕਈ ਮੌਤਾਂ ਹੋ ਜਾਣ ਕਾਰਨ ਕਰਕੇ ਨਾਂ ਖੂਨੀ ਟੋਭਾ ਪੈ ਗਿਆ ਸੀ। ਇਸ ਟੋਭੇ ਕੰਢੇ ਵਸੇ ਲੋਕਾਂ ਦੇ ਘਰਾਂ ਦੇ ਦ੍ਰਿਸ਼ ਕੁਝ ਅਜਿਹੇ ਹੁੰਦੇ ਸੀ। ਲੋਕਾਂ ਦੁਆਰਾ ਇਹ ਟੋਭਾ ਦਿਨੋਂ ਦਿਨ ਭਰਦਾ ਰਿਹਾ ਜੋ ਅੱਜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਅੱਜ ਇੱਥੇ ਗੁਰੂਦੁਆਰਾ ਸਾਹਿਬ ਦੇ ਪਿਛਲੇ ਗੇਟ ਵੱਲ ਵਿਸ਼ਾਲ ਪਾਰਕ ਹੈ ਜਿੱਥੇ ਦੀਵਾਨ ਸਜਾਏ ਜਾਂਦੇ ਹਨ। ਲੀਲਾ ਨਿਆਰੀਏ ਰੀਜਾ ਲਾਵੇ ਦੀ ਦੁਨੀਆ ਸਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਏ ਰੀਜਾ ਲਾਵੇ ਦੀ ਦੁਨੀਆ ਸਾਰੀ ਏ। ਸਨੌਰ ਉੱਪਰਲੇ ਸਦਰ ਬਾਜ਼ਾਰ ਵਿੱਚ ਪਹਿਲੀ ਮੰਜ਼ਿਲ ਤੇ 150 ਸਾਲ ਦੇ ਕਰੀਬ ਪੁਰਾਣਾ ਨੈਣਾ ਦੇਵੀ ਦਾ ਮੰਦਿਰ ਹੈ। ਇਸ ਮੰਦਿਰ ਦੀ ਸ਼ੁਰੂ ਤੋਂ ਸੇਵਾ ਰਜਿੰਦਰ ਕਪੂਰ ਦੇ ਦਾਦਾ ਤੇ ਪੜਦਾਦਾ ਜੀ ਦੇ ਸਮੇਂ ਤੋਂ ਹੁਣ ਤੱਕ ਇਹ ਸੇਵਾ ਕਰਨ ਦੀ ਪਰੰਪਰਾ ਚੱਲਦੀ ਆ ਰਹੀ ਹੈ। ਇੱਥੇ ਸਥਾਪਿਤ ਸ੍ਰੀ ਹਨੂਮਾਨ ਜੀ ਦੀ ਮੂਰਤੀ ਦੇ 5 ਮੁੱਖ ਹਨ। ਅਜਿਹੀ ਮੂਰਤੀ ਪੂਰੇ ਪਟਿਆਲੇ ਜ਼ਿਲ੍ਹੇ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਕਿਹਾ ਜਾਂਦਾ ਹੈ ਕਿ ਜੋ ਵੀ ਭਗਤ ਸੱਚੇ ਮਨੋਂ ਅਰਦਾਸ ਕਰਕੇ 41 ਦਿਨ ਰੋਜ਼ਾਨਾ ਇਸ ਮੰਦਿਰ ਵਿੱਚ ਆਵੇਗਾ ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਅਜਿਹਾ ਕੌਤਕ ਸਮੇਂ-ਸਮੇਂ ਤੇ ਕਈ ਭਗਤਾਂ ਨਾਲ ਵਾਪਰ ਚੁੱਕਾ ਹੈ। ਮਾਤਾ ਸ਼੍ਰੀ ਮਹਾਕਾਲੀ ਦੇਵੀ ਮੰਦਿਰ ਅਤੇ ਸ਼ਿਵ ਮਹਾਦੇਵ ਮੰਦਿਰ ਨੇੜੇ ਪਹਿਲਾਂ ਡੇਰਾ ਸੁਥਰਾ ਸ਼ਾਹ ਅਤੇ ਸਾਹਮਣੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਤ੍ਰਿਵੈਣੀ ਤੇ ਖੜਾ ਹੁੰਦਾ ਸੀ ਜਿੱਥੇ ਬੈਠ ਕੇ ਪੁਰਾਣੇ ਲੋਕ ਦੁੱਖ ਸੁੱਖ ਸਾਂਝੇ ਕਰਦੇ ਤੇ ਤਾਸ਼ ਖੇਡਦੇ ਹੁੰਦੇ ਸੀ। ਸੰਨ 1872 ਵਿੱਚ ਕਿਲੇ ਦੇ ਵਿੱਚ ਮੌਜੂਦਾ ਹਾਈ ਸਕੂਲ ਪਹਿਲਾਂ ਪ੍ਰਾਇਮਰੀ ਸਕੂਲ ਹੁੰਦਾ ਸੀ ਜੋ 1954 ਈਸਵੀ ਵਿੱਚ ਹਾਈ ਸਕੂਲ ਹੋ ਗਿਆ, ਜਿਸ ਦੇ ਪਹਿਲੇ ਪ੍ਰਿੰਸੀਪਲ ਅਯੁੱਧਿਆ ਪ੍ਰਸਾਦ ਸ਼ਰਮਾ ਜੀ ਹੋਏ ਸੀ। ਸਨੌਰ ਵਿੱਚ ਸ਼ੁਰੂ ਤੋਂ ਹੀ ਹਰ ਬਰਾਦਰੀ ਦੇ ਵਿਅਕਤੀ ਮਿਲਦੇ ਸੀ ਕਿਉਂਕਿ ਇਹ ਪੁਰਾਣਾ ਵੱਡਾ ਇਤਿਹਾਸਕ ਪਿੰਡ ਰਿਹਾ ਹੈ। ਸਰਦਾਰ ਯਾਦਵਿੰਦਰ ਸਿੰਘ ਮਹਾਰਾਜਾ ਪਟਿਆਲਾ ਦੇ ਰਾਜ ਵਿੱਚ ਪਟਿਆਲੇ ਦਾ ਨਾਜ਼ਮ ਅਲੀ ਵੀ ਸਨੌਰ ਤੋਂ, ਅਬਦੁਲ ਹਮੀਦ ਦਾਦਾ ਸੁਲਤਾਨ ਖਾਂ ਵੀ ਸਨੌਰੀ ਸੀ। ਪਠਾਨ ਲੋਕ ਅਮੀਰ ਹੁੰਦੇ ਸੀ। ਅਮੀਰ ਪਠਾਨਾਂ ਨੇ ਘਰ, ਹਵੇਲੀ ਤੇ ਦਰਵਾਜ਼ੇ ਬਹੁਤ ਵੱਡੇ ਹੁੰਦੇ ਸੀ। ਘਰ ਦੇ ਦਰਵਾਜ਼ੇ ਤੋਂ ਅਮੀਰੀ ਦਾ ਪਤਾ ਲੱਗ ਜਾਂਦਾ ਸੀ। ਬਲੋਚ ਮੁਹੱਲਾ ਬਲੋਚਾਂ ਵਿੱਚ ਮੌਜੂਦਾ ਵਾਰਡ ਨੰਬਰ 9 ਵਿਖੇ ਰਹਿੰਦੇ ਸੀ। ਉਹ ਊਠ ਅਤੇ ਬੱਕਰੀਆਂ ਰੱਖਦੇ ਸੀ। ਸਨੌਰ ਸਦਰ ਬਾਜ਼ਾਰ ਦੇ ਖੂਹ ਦੇ ਪਾਣੀ ਦਾ ਸਵਾਦ ਵਧੀਆ ਹੋਣ ਕਰਕੇ ਇੱਥੋਂ ਪਾਣੀ ਮਹਾਰਾਜਾ ਪਟਿਆਲਾ ਦੇ ਸ਼ਾਹੀ ਪਰਿਵਾਰ ਲਈ ਮਹਿਲਾਂ ਵਿੱਚ ਜਾਂਦਾ ਹੁੰਦਾ ਸੀ। ਸਨੌਰ ਵਿਖੇ 1947 ਸਮੇਂ ਦੌਰਾਨ ਕੁੱਲ 14 ਮਸੀਤਾਂ ਹੁੰਦੀਆਂ ਸੀ। ਵੱਡੀ ਈਦਗਾਹ ਗੁੱਗਾ ਮਾੜੀ ਮੰਦਿਰ ਨੌਮੀ ਦੇ ਪਿੱਛੇ ਹੁੰਦੀ ਸੀ ਜਿੱਥੇ ਲੋਕ ਬਹੁਤ ਦੂਰੋਂ ਈਦ ਦੇ ਦਿਨਾਂ ਦੌਰਾਨ ਪਹੁੰਚਦੇ ਸੀ। ਇੱਕ ਹੋਰ ਪੁਰਾਣੀ ਵੱਡੀ ਮਸਜਿਦ ਸਨੌਰ ਦੇ ਅੰਦਰ ਆਰੀਆ ਸਮਾਜ ਮੰਦਿਰ ਦੇ ਸਾਹਮਣੇ ਉੱਪਰਲੇ ਬਾਜ਼ਾਰ ਨੇੜੇ ਹੁੰਦੀ ਸੀ। ਪਹਿਲਾਂ ਲੋਕਾਂ ਦੇ ਘਰ ਕੱਚੇ ਤੇ ਦਿਲ ਸੱਚੇ ਸੀ। ਆਪਸੀ ਪਿਆਰ ਹੋਣ ਕਰਕੇ ਲੋਕ ਕੱਚਿਆਂ ਘਰਾਂ ਵਿੱਚ ਵੀ ਬਹੁਤ ਖੁਸ਼ ਰਹਿੰਦੇ ਸੀ। ਘਰ ਆਏ ਮਹਿਮਾਨ ਦੀ ਬਹੁਤ ਆਓ ਭਗਤ ਤੇ ਮਹਿਮਾਨ ਨਵਾਜੀ ਹੁੰਦੀ ਸੀ। ਔਰਤਾਂ ਬਹੁਤ ਕੰਮ ਕਰਦੀਆਂ ਸੀ ਜਿਵੇਂ ਖੂਹ ਤੋਂ ਪਾਣੀ ਭਰਨਾ, ਚਰਖਾ ਕੱਤਣਾ, ਦੁੱਧ ਰਿੜਕਣਾ, ਮੰਜੇ ਬੁਣਨਾ, ਪੱਠੇ ਕੁਤਰਨਾ, ਰਲ ਕੇ ਰੋਟੀ ਟੁੱਕ ਕਰਨਾ, ਤੰਦੂਰ ਲਾਉਣਾ, ਚੱਕੀ ਪੀਸਣਾ, ਪਾਥੀਆਂ ਲਾਉਣਾ, ਦੁੱਧ ਚੋਣਾ, ਭਾਂਡੇ ਧੋਣਾ, ਖੇਤਾਂ ਵਿੱਚ ਰੋਟੀ ਲਿਜਾਣਾ, ਚੌਂਕਾ ਸਵਾਰਨਾ, ਖੇਤਾਂ ਵਿੱਚ ਕਈ ਕੰਮ ਆਦਿ ਕਰਨ ਕਰਕੇ ਉਹ ਤੰਦਰੁਸਤ ਰਹਿੰਦੀਆਂ ਸੀ। ਆਦਮੀ ਵੀ ਬਹੁਤ ਮਿਹਨਤੀ ਸੀ। ਉਹ ਸਵੇਰੇ ਜਲਦੀ ਉੱਠ ਕੇ ਰੱਬ ਦਾ ਨਾਮ ਲੈਣਾ, ਖੂਹ ਚਲਾਉਣਾ, ਹਲ ਵਾਹੁਣਾ, ਪੱਠੇ ਕੁਤਰਨਾ, ਕਣਕ ਸਰੋਂ ਗਾਉਣਾ, ਤੂੜੀ ਸਾਂਭਣਾ, ਹੱਥੀਂ ਝੋਨਾ, ਜੀਰੀ ਝਾੜਨਾ, ਸਾਂਭਣਾ ਅਤੇ ਵਿਹਲੇ ਸਮੇਂ ਸੱਥਾਂ ਵਿੱਚ ਬਹਿ ਕੇ ਦੁੱਖ ਸੁੱਖ ਸਾਂਝੇ ਕਰਦੇ ਹੁੰਦੇ ਸੀ। ਲੋਕਾਂ ਦੇ ਮਕਾਨ ਤੇ ਵਿਹੜੇ ਖੁੱਲੇ ਹੁੰਦੇ ਸੀ। ਉਸ ਸਮੇਂ ਸਨੌਰ ਵਿੱਚ ਕਈ ਖੂਹ ਸੀ। ਵਾਟਰ ਲੈਵਲ ਨੇੜੇ ਸੀ
ਸਦਰ ਬਾਜ਼ਾਰ ਸਨੌਰ ਦੇ ਖੂਹ ਦਾ ਪਾਣੀ ਮਿੱਠਾ ਹੋਣ ਕਰਕੇ ਪਟਿਆਲੇ ਮਹਿਲਾਂ ਵਿੱਚ ਇਹ ਪਾਣੀ ਜਾਂਦਾ ਸੀ। ਲੇਖਕ ਨੂੰ ਮਿਲੀ ਜਾਣਕਾਰੀ ਅਨੁਸਾਰ ਸਿੱਲਾਂ ਵਾਲੀ ਸਰਗੋਦਾ ਪਾਕਿਸਤਾਨ ਦੇ ਸੈਯਦ ਪਰਿਵਾਰ ਨਾਲ ਸੰਬੰਧਿਤ ਮੈਡਮ ਫਾਤਿਮਾ ਪੁੱਤਰੀ ਮਹਿਮੂਦ ਸੈਯਦ ਪੁੱਤਰੀ ਬਾਕਰ ਅਲੀ ਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਆਬਦੁਲ ਸ਼ਕੂਰ ਪੁੱਤਰ ਮੁਹੰਮਦ ਯਾਕੂਬ ਉਮਰ 76 ਸਾਲ ਅਤੇ ਸ਼ਰਕਪੁਰ ਸ਼ਰੀਫ ਦੇ ਬਜ਼ੁਰਗਾਂ ਤੇ ਸਨੌਰ ਦੇ ਪੁਰਾਣੇ ਬਾਬਿਆਂ ਤੋਂ ਸਨੌਰ ਬਾਰੇ ਕਾਫੀ ਮਹੱਤਵਪੂਰਨ ਜਾਣਕਾਰੀ ਮਿਲੀ, ਜੋ ਸੁਣ ਕੇ ਬਹੁਤ ਹੈਰਾਨੀ ਹੋਈ। ਪਾਕਿਸਤਾਨ ਸਨੌਰੀਆਂ ਦੇ ਕਹਿਣ ਅਨੁਸਾਰ ਸਾਨੂੰ ਇੱਥੇ ਮੁਕਾਮੀ ਲੋਕ ਸਨੌਰੀ ਕਹਿੰਦੇ ਹਨ ਤੇ ਸਾਨੂੰ ਸਨੌਰੀ ਅਖਵਾਉਣ ਵਿੱਚ ਬਹੁਤ ਹੀ ਫਖਰ ਤੇ ਮਾਣ ਮਹਿਸੂਸ ਹੁੰਦਾ ਹੈ, ਕਿਉਂਕਿ ਅਸੀਂ ਸਨੌਰ ਦੀ ਉਸ ਪਵਿੱਤਰ ਧਰਤੀ ਤੋਂ ਆਏ ਹਾਂ ਜਿਸ ਧਰਤੀ ਨਾਲ ਕਈ ਨਾਮੀ ਪੀਰ ਫਕੀਰ ਬਾਬੇ ਨਬੀ ਦਰਗਾਹਾਂ ਮਸਜਿਦਾਂ ਡੇਰਿਆਂ ਦਾ ਡੂੰਘਾ ਸੰਬੰਧ ਰਿਹਾ ਹੈ, ਜੋ ਬਹੁਤ ਦੂਰ ਦੂਰ ਤੱਕ ਮਸ਼ਹੂਰ ਸੀ, ਜਿੱਥੇ ਲੋਕੀ ਬਹੁਤ ਦੂਰੋਂ ਸਿਜਦਾ ਕਰਨ ਆਉਂਦੇ ਸੀ। ਸਨੌਰ ਵਿੱਚ ਕਈ ਪੀਰਾਂ ਦੀਆਂ ਦਰਗਾਹਾਂ ਤੇ ਮਸਜਿਦਾਂ ਸੀ, ਜਿਨ੍ਹਾਂ ਦੀ ਹੱਲਿਆਂ ਸਮੇਂ ਗਿਣਤੀ 14 ਦੇ ਕਰੀਬ ਸੀ। ਸਨੌਰ ਦੀ ਪਵਿੱਤਰ ਧਰਤੀ ਆਪਣੀ ਬੁੱਕਲ ਵਿੱਚ ਕਾਫੀ ਪੁਰਾਣਾ ਵੱਡਾ ਵਿਸ਼ਾਲ ਇਤਿਹਾਸ ਸਮੋਈ ਬੈਠੀ ਹੈ। ਇਹ ਪਿੰਡ ਕਈ ਵਾਰੀ ਉੱਜੜ ਕੇ ਵਸਿਆ ਹੈ ਤੇ ਪਟਿਆਲੇ ਤੋਂ ਪੁਰਾਣਾ ਹੈ। ਹੱਲਿਆਂ ਸਮੇਂ ਸਨੌਰ ਵਿੱਚ ਮੁਸਲਮਾਨਾਂ ਦੀ ਗਿਣਤੀ 8000 ਦੇ ਕਰੀਬ ਸੀ, ਜੋ ਅੱਜ ਪੂਰੇ ਪਾਕਿਸਤਾਨ ਪੰਜਾਬ ਵਿੱਚ ਫੈਲੇ ਹੋਏ ਹਨ ਤੇ ਸਨੌਰੀ ਤਖੱਲਸ ਦੇ ਨਾਮ ਨਾਲ ਜਾਣੇ ਜਾਂਦੇ ਹਨ। ਪੀਰ ਜਿੰਦੜਿਆਂਵਾਲਾ ਦੇ ਮੌਜੂਦਾ ਸੇਵਾਦਾਰ ਸੁਖਦੇਵ ਸਿੰਘ ਅਨੁਸਾਰ ਪੀਰ ਜਿੰਦੜਿਆਂਵਾਲੇ ਦਾ ਇਤਿਹਾਸ 400 ਸਾਲ ਤੋਂ ਵੱਧ ਪੁਰਾਣਾ ਹੈ। ਇਸ ਦੇ ਪਹਿਲੇ ਮੁਖੀ ਬਾਬਾ ਵਲੈਤ ਸ਼ਾਹ ਜੀ ਹੋਏ ਹਨ, ਜਿਨ੍ਹਾਂ ਦਾ ਧੜ ਸਨੌਰ ਵਿੱਚ ਦਫਨ ਹੈ, ਪਰੰਤੂ ਸਿਰ ਪੀਰ ਲੱਖੀ ਸ਼ਾਹ ਅਨਾਜ ਮੰਡੀ ਅੰਬਾਲਾ ਸਿਟੀ ਵਿਖੇ ਦਫਨ ਹੈ। ਪੀਰ ਜਿੰਦੜਿਆਂਵਾਲਾ ਵਿਚਲਾ ਮੇਨ ਦਰਬਾਰ ਮਜ਼ਾਰ ਮਿਸਤਰੀਆਂ ਨੇ ਨਹੀਂ ਫਰਿਸ਼ਤਿਆਂ ਨੇ ਬਣਾਇਆ ਸੀ। ਹੱਲਿਆਂ ਤੋਂ 3 ਸਾਲ ਪਹਿਲਾਂ ਪੀਰ ਜਿੰਦੜਿਆਂਵਾਲਾ ਵਿਖੇ ਹੋਏ ਇੱਕ ਕਵਾਲੀ ਪ੍ਰੋਗਰਾਮ ਦੌਰਾਨ ਕੁਝ ਸ਼ਰਾਰਤੀ ਮਨ ਚਲੇ ਨੌਜਵਾਨਾਂ ਵੱਲੋਂ ਕਵਾਲ ਨੂੰ ਮਜਬੂਰ ਕਰਕੇ ਸ਼ਰੀਅਤ ਧਰਮ ਤੋਂ ਉਲਟ ਕਵਾਲੀ ਸੁਣਨ ਤੇ ਬਾਬਾ ਜੀ ਨਾਰਾਜ਼ ਹੋ ਗਏ ਸੀ, ਸੋ ਨਿੰਮ ਨੂੰ ਅੱਗ ਲੱਗ ਗਈ ਤੇ ਗੋਬਿੰਦ ਫਟ ਗਿਆ। ਅਜਿਹੀਆਂ ਕਈ ਹੋਰ ਵੀ ਕਰਾਮਾਤਾਂ ਹਨ। ਪੀਰ ਜਿੰਦੜਿਆਂਵਾਲਾ ਨੇੜੇ ਚੁਬਾਰਾ ਪਾਉਣ ਲਈ ਪਹਿਲਾਂ ਦਰਬਾਰ ਜਾ ਕੇ 21 ਕਿਲੋ ਚੌਲ 11 ਇੱਟਾਂ 1 ਗਲਾਫ 1 ਬੋਤਲ ਤੇਲ ਚੜਾ ਕੇ ਸੁੱਖ ਮੰਗਣੀ ਪੈਂਦੀ ਹੈ, ਫੇਰ ਹੀ ਚੁਬਾਰਾ ਸਿਰਫ 9 ਫੁੱਟ ਤੱਕ ਉੱਚਾ ਪੈ ਸਕਦਾ ਹੈ। ਸਨੌਰ ਪੁਰਾਣਾ ਪੀਰ ਜਿੰਦੜਿਆਂਵਾਲਾ ਜੀ ਦੇ ਹੱਲਿਆਂ ਤੋਂ ਪਹਿਲਾਂ ਰਹਿ ਚੁੱਕੇ ਗੱਦੀ ਨਸੀਨ ਮਸ਼ਹੂਰ ਨਾਮੀ ਬਾਬਾ ਵਲੈਤ ਸ਼ਾਹ ਜੀ ਦੇ ਭਰਾ ਦੀ ਔਲਾਦ ਦਾ ਸੰਬੰਧ ਸਿੱਲਾ ਵਾਲੀ ਸਰਗੋਦਾ ਦੀ ਮੈਡਮ ਫਾਤਿਮਾ ਜੀ ਦੇ ਪਰਿਵਾਰ ਨਾਲ ਨੇੜੇ ਦਾ ਰਿਹਾ ਹੈ। ਉਹਨਾਂ ਅਨੁਸਾਰ ਬਾਬਾ ਵਲੈਤ ਸ਼ਾਹ ਜੀ ਦੀ ਕਬਰ ਵੀ ਪੀਰ ਜਿੰਦੜਿਆਂਵਾਲਾ ਵਿਖੇ ਮੌਜੂਦ ਹੈ। ਉਸ ਸਮੇਂ ਇਸ ਦਰਬਾਰ ਦੀਆਂ ਕਈ ਕਰਾਮਾਤਾਂ ਚਾਰੇ ਪਾਸੇ ਮਸ਼ਹੂਰ ਸੀ। ਜੋ ਵੀ ਚੋਰ ਇੱਥੇ ਚੋਰੀ ਕਰਦਾ ਸੀ ਉਸ ਸਮੇਂ ਤੱਕ ਅੰਧਾ ਰਹਿੰਦਾ ਸੀ, ਜਦੋਂ ਤੱਕ ਚੋਰੀ ਕੀਤੀ ਚੀਜ਼ ਵਾਪਸ ਨਹੀਂ ਮੋੜ ਕੇ ਜਾਂਦਾ ਸੀ। ਮੈਡਮ ਫਾਤਿਮਾ ਜੀ ਦੇ ਕਹਿਣ ਅਨੁਸਾਰ ਬਾਬਾ ਫਰੀਦ ਜੀ ਦੀ ਇੱਕ ਸ਼ਾਦੀ ਸਨੌਰ ਵਿੱਚ ਹੋਈ ਸੀ। ਉਹ ਇੱਥੇ ਕਾਫੀ ਸਮਾਂ ਰਹੇ। ਕਾਲੇ ਮਹਿੰਦੇ ਕੱਪੜੇ ਕਾਲਾ ਮਹਿੰਦਾ ਵੇਸ ਅਵਗਣ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਇੱਥੇ ਉਹਨਾਂ ਦੇ 2 ਲੜਕੇ ਪੈਦਾ ਹੋਏ ਸੀ, ਜਿਨ੍ਹਾਂ ਦੀਆਂ ਕਬਰਾਂ ਵੀ ਸਨੌਰ ਵਿੱਚ ਮੌਜੂਦ ਹਨ। ਇਸ ਜਗ੍ਹਾ ਦਾ ਨਾਮ ਪੀਰ ਜਿੰਦੜਿਆਂਵਾਲਾ ਕਹਿਣ ਦੀ ਪਿਛਲੀ ਸੱਚਾਈ ਇਹ ਹੈ ਕਿ ਸ਼ਰਧਾਲੂ ਆਪਣੀ ਅਰਦਾਸ ਮੰਨਤ ਦੀ ਪੂਰਤੀ ਲਈ ਇਸ ਸਥਾਨ ਤੇ ਇੱਕ ਤਾਲਾ ਲਾ ਦਿੰਦੇ ਸੀ, ਜੋ ਅਰਦਾਸ ਪੂਰੀ ਹੋਣ ਉਪਰੰਤ ਆਪਣੇ ਆਪ ਖੁੱਲ੍ਹ ਜਾਂਦਾ ਸੀ। ਜੋ ਸਨੌਰੀ ਸਿੱਲਾ ਵਾਲੀ ਸਰਗੋਦਾ ਪਾਕਿਸਤਾਨ ਵਿੱਚ ਰਹਿ ਰਹੇ ਹਨ, ਉਹਨਾਂ ਸਭ ਦੀ ਮੰਗ ਹੈ ਕਿ ਸਨੌਰ ਪੀਰ ਜਿੰਦੜਿਆਂਵਾਲਾ ਵਿਖੇ ਬਾਬਾ ਵਲੈਤ ਸ਼ਾਹ ਜੀ, ਬਾਬਾ ਫਰੀਦ ਤੇ ਲਾਹੌਰ ਦੇ ਮਸ਼ਹੂਰ ਨਾਮੀ ਦਾਤਾ ਅਲੀ ਹਜਵੇਰੀ ਦਰਬਾਰ ਗੰਜ ਬਖਸ਼ ਲਾਹੌਰ ਵੀ
ਇੱਥੇ ਕੁਝ ਸਮਾਂ ਸਨੌਰ ਰਹੇ ਹਨ। ਉਹਨਾਂ ਦੀ ਪੀਰ ਜੰਦਰਿਆਂ ਵਾਲਾ ਵਿਖੇ ਕੋਈ ਯਾਦਗਾਰ ਹੋਣੀ ਚਾਹੀਦੀ ਹੈ। ਸਾਡੀ ਰੁਲ ਗਈ ਜਵਾਨੀ ਸਾਡਾ ਛੱਡਦੀ ਨੀ ਕਿਹੜਾ ਯਾਦ ਸਨੌਰ ਦੀ ਪੁਰਾਣੀ ਸਾਡਾ ਛੱਡਦੀ ਨੀ ਕਿਹੜਾ ਯਾਦ ਸਨੌਰ ਦੀ ਪੁਰਾਣੀ। ਮੈਂ ਜੀਵੇ ਸਿੰਘ ਪੰਮੀ ਪਟਵਾਰੀ ਪੁੱਤਰ ਸਰਦਾਰ ਦਰਸ਼ਨ ਸਿੰਘ ਪਟਵਾਰੀ ਪਿੰਡ ਸਨੌਰ। ਇਸ ਫਿਲਮ ਵਿੱਚ ਕਾਫੀ ਕੁਝ ਹੋਰ ਵੀ ਸ਼ਾਮਲ ਕੀਤਾ ਜਾ ਸਕਦਾ ਸੀ, ਪਰੰਤੂ ਸਭ ਵਿਅਕਤੀਆਂ ਦੀਆਂ ਫੋਟੋਆਂ ਨਾ ਮਿਲਣ ਕਰਕੇ ਤੇ ਸਮਾਂ ਘੱਟ ਹੋਣ ਕਰਕੇ ਜੋ ਅਸੀਂ ਨਹੀਂ ਦਿਖਾ ਸਕੇ, ਜਿਸ ਦੀ ਅਸੀਂ ਮਾਫੀ ਮੰਗਦੇ ਹਾਂ। ਅਗਲੀ ਫਿਲਮ ਜਾਂ ਕਿਤਾਬ 'ਚ ਬਾਕੀ ਰਹਿੰਦੀ ਘਾਟ ਕਸਰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਦਾ ਹੁੰਦਾ ਸੀ ਆਲੇ ਦੁਆਲੇ ਪਿੰਡਾਂ ਦੇ ਕਈ ਹੋਰ ਮੁਸਲਮਾਨ ਲੋਕ ਆਪਣੇ ਬਚਾਓ ਲਈ ਸਨੌਰ ਆਉਣੇ ਸ਼ੁਰੂ ਹੋ ਗਏ ਸੀ। ਸਨੌਰ ਵਿੱਚ ਕਈ ਦਿਨ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਅਗਲੇ ਦਿਨ ਕਰਫਿਊ ਲੱਗਣ ਤੇ ਫੌਜ ਆਉਣ ਦੇ ਡਰੋਂ ਕੋਈ ਨਾ ਚਾਹੁੰਦੇ ਹੋਏ ਵੀ ਮੁਸਲਮਾਨ 3 ਵੱਖ-ਵੱਖ ਗਰੁੱਪਾਂ ਦੇ ਰੂਪ ਵਿੱਚ ਰਾਤੋਂ ਰਾਤ ਸਨੌਰ ਤੋਂ 22 ਭਾਦੋਂ 1947 ਦੀ ਰਾਤ ਨੂੰ ਹਮੇਸ਼ਾ ਦੇ ਲਈ ਭਰੇ ਮਨ ਨਾਲ ਇਹ ਸਨੌਰੀ ਮੁਸਲਮਾਨ ਸਨੌਰ ਤੋਂ ਬਹੁਤ ਦੂਰ ਚਲੇ ਗਏ। ਸਨੌਰ ਕਈ ਰਿਫਿਊਜੀ ਜੱਟ ਭਰਾਵਾਂ ਨੂੰ ਮੁਸਲਮਾਨਾਂ ਦੇ ਛੱਡੇ ਚੰਗੇ ਘਰ ਬੱਚਿਆਂ ਨੂੰ ਪੁਰਾਣੇ ਚੰਗੇ ਪਿਛਲੇ ਸਮੇਂ ਦੀਆਂ ਵਾਰ-ਵਾਰ ਗੱਲਾਂ ਕਰਦੇ ਰਹਿੰਦੇ ਸੀ। ਆਵੇ ਪਲ ਪਲ ਯਾਦ ਸਾਨੂੰ ਸਨੌਰ ਪਿਆਰਾ ਯਾਦ ਸਨੌਰ ਦੀ ਨਾ ਜਾਵੇ ਪਲ ਪਲ ਯਾਦ ਸਾਨੂੰ ਸਨੌਰ ਪਿਆਰਾ ਯਾਦ ਸਨੌਰ ਦੀ ਨਾ ਜਾਵੇ ਹੋਇਆ ਦਿਲ ਨੂੰ ਕੀ ਯਾਰਾ ਘਰਾਂ ਸਨੌਰ ਦੀਆਂ ਉਡੀਕਾਂ ਬਹਿ ਕੇ ਪਰਦੇਸਾਂ 'ਚ ਨਿਮਾਣੀ ਸਾਡਾ ਛੱਡਦੀ ਨੀ ਕਿਹੜਾ ਯਾਦ ਸਨੌਰ ਦੀ ਪੁਰਾਣੀ ਸਾਡਾ ਛੱਡਦੀ ਨੀ ਕਿਹੜਾ ਯਾਦ ਸਨੌਰ ਦੀ ਪੁਰਾਣੀ। ਜੀਵਾਂ ਯਾਦਾਂ ਦੇ ਸਹਾਰੇ ਮੁਲਕ ਬੇਗਾਨੇ ਦੇਖੇ ਠੋਕਰਾਂ ਮੈਂ ਖਾਂਦੇ ਜਿਹੜੇ ਬੜੇ ਸੀ ਸਿਆਣੇ ਜੀਵਾਂ ਯਾਦਾਂ ਦੇ ਸਹਾਰੇ ਬਹਿ ਕੇ ਮੁਲਕ ਬੇਗਾਨੇ ਦੇਖੇ ਠੋਕਰਾਂ ਮੈਂ ਖਾਂਦੇ ਸੀ ਸਿਆਣੇ ਉਹਨਾਂ ਰੁੜ ਗਿਆ ਪੰਮੀ ਜਿੰਨੀ ਮੌਜ ਅਸਾਂ ਮਾਣੀ ਹੈ ਸਾਡਾ ਛੱਡਦੀ ਨੀ ਕਿਹੜਾ ਯਾਦ ਸਨੌਰ ਦੀ ਪੁਰਾਣੀ ਸਾਡਾ
ਛੱਡਦੀ ਨੀ ਖੈੜਾ ਯਾਦ ਸਨੌਰ ਦੀ ਪੁਰਾਣੀ। ਇੱਕ ਸਨੌਰੀ 100 ਲਾਹੌਰੀ, ਇੱਕ ਸਨੌਰੀ 100 ਲਾਹੌਰੀ, ਹਾਂ ਇੱਕ ਸਨੌਰੀ 100 ਲਾਹੌਰੀ। ਉਹ ਲੋਕੀ ਸਾਨੂੰ ਕਹਿੰਦੇ ਨੇ ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। ਆਓ ਮੇਰੇ ਸੱਜਣ ਮਿੱਤਰੋ ਮੈਂ ਜੋ ਗੱਲ ਸੁਣਾਵਾਂ, ਮੈਂ ਪਿੰਡ ਦੀਆਂ ਸਿਫਤਾਂ ਦੁਨੀਆ ਦੇ ਵਿੱਚ ਕਿਉਂ ਨਾ ਲਿਖ ਲਿਖ ਗਾਵਾਂ ਮੈਂ। ਆਓ ਮੇਰੇ ਸੱਜਣ ਮਿੱਤਰੋ ਮੈਂ ਜੋ ਗੱਲ ਸੁਣਾਵਾਂ, ਮੈਂ ਪਿੰਡ ਦੀਆਂ ਸਿਫਤਾਂ ਦੁਨੀਆ ਦੇ ਵਿੱਚ ਕਿਉਂ ਨਾ ਲਿਖ ਲਿਖ ਗਾਵਾਂ ਮੈਂ। ਪਿੰਡ ਦੀਆਂ ਸਿਫਤਾਂ ਦੁਨੀਆ ਦੇ ਵਿੱਚ ਕਿਉਂ ਨਾ ਲਿਖ ਲਿਖ ਗਾਵਾਂ ਮੈਂ। ਪਟਿਆਲੇ ਤੋਂ ਪਹਿਲਾਂ ਵਸਿਆ ਲੋਕ ਸਿਆਣੇ ਕਹਿੰਦੇ ਨੇ, ਹਾਂ ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। ਪਟਿਆਲੇ ਤੋਂ ਪਹਿਲਾਂ ਵਸਿਆ ਸਾਡਾ ਪਿੰਡ ਪੁਰਾਣਾ ਪਈ, ਰਾਜਿਆਂ ਅਤੇ ਵਜ਼ੀਰਾਂ ਦਾ ਸੀ ਸਾਡੇ ਆਉਣਾ ਜਾਣਾ ਬਈ। ਪਟਿਆਲੇ ਤੋਂ ਪਹਿਲਾਂ ਵਸਿਆ ਸਾਡਾ ਪਿੰਡ ਪੁਰਾਣਾ ਪਈ, ਰਾਜਿਆਂ ਅਤੇ ਵਜ਼ੀਰਾਂ ਦਾ ਸੀ ਸਾਡੇ ਆਉਣਾ ਜਾਣਾ ਬਈ। ਰਾਜਿਆਂ ਅਤੇ ਵਜ਼ੀਰਾਂ ਦਾ ਸੀ ਸਾਡੇ ਆਉਣਾ ਜਾਣਾ ਬਈ। ਅੱਜ ਕੱਲ ਹਲਕਾ ਬਣਿਆ ਇੱਥੇ ਲੀਡਰ ਘੁੰਮਦੇ ਰਹਿੰਦੇ ਨੇ, ਹਾਂ ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। ਰਾਗੀ ਢਾਡੀ ਗਾਉਣ ਕਵਿਸ਼ਰ ਲੋਕ ਨਾ ਦਿਲ ਦੇ ਮਾਣੇ ਨੇ। ਕੌਲ ਕਬੱਡੀ ਦੰਗਲ ਸਜਦੇ ਲੱਗਦੇ ਲੋਕ ਅਖਾੜੇ ਨੇ। ਰਾਗੀ ਢਾਡੀ ਗਾਉਣ ਕਵਿਸ਼ਰ ਲੋਕ ਨਾ ਦਿਲ ਦੇ ਮਾਣੇ ਨੇ। ਕੌਲ ਕਬੱਡੀ ਦੰਗਲ ਸਜਦੇ ਲੱਗਦੇ ਲੋਕ ਅਖਾੜੇ ਨੇ। ਕੌਲ ਕਬੱਡੀ ਦੰਗਲ ਸਜਦੇ ਲੱਗਦੇ ਲੋਕ ਅਖਾੜੇ ਨੇ। ਅਵਤਾਰ ਸਿੰਘ ਅਣਜਾਣ ਜੇ ਫਕਰ ਖੂਬ ਨਜ਼ਾਰੇ ਲੈਂਦੇ ਨੇ, ਹਾਂ ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ।
दी